हाँ जी स्टूडेंट्स, प्रीवियस वीडियो ਦੇ ਵਿੱਚ ਆਪਾਂ ਇੰਪੋਰਟੈਂਸ ਪੜ੍ਹੀ ਸੀ। ਅੱਜ ਆਪਾਂ ਸਟਰਕਚਰ ਪੜ੍ਹਦੇ ਹਾਂ ਆਰਗੇਨਾਈਜੇਸ਼ਨ ਦੀ। Structure of organization refers to the determination of various functional positions and their hierarchical arrangement in the organization। ਸਟਰਕਚਰ ਦਾ ਮਤਲਬ ਹੈ ਕਿਸੇ ਵੀ ਸੰਸਥਾ ਦੀ ਬਣਤਰ, ਠੀਕ ਆ, ਜਿਹਦੇ ਵਿੱਚ ਅਲੱਗ-ਅਲੱਗ ਪੋਸਟਸ ਬਾਰੇ ਮਤਲਬ ਕੰਮ ਦੇ ਅਕੋਰਡਿੰਗ ਪੋਸਟਸ ਹੁੰਦੀਆਂ ਨੇ ਐਂਡ ਉਹਨਾਂ ਦੀ ਅਰੇਂਜਮੈਂਟ ਬਣੀ ਹੁੰਦੀ ਹੈ ਇੱਕ ਹਾਇਰਾਰਕੀ ਦੇ ਵਿੱਚ। ਕਹਿਣ ਦਾ ਮਤਲਬ ਵੀ ਕੌਣ ਕਿਹਦਾ ਬੌਸ ਹੋਊਗਾ, ਕੌਣ ਕਿਹਦਾ ਸਬੋਰਡੀਨੇਟ ਹੋਊਗਾ, ਇਹਦੇ ਵਿੱਚ ਉਹ ਮੈਂਸ਼ਨ ਕੀਤਾ ਜਾਂਦਾ। ਸੋ ਦੈਟ ਅਥੋਰਿਟੀ ਐਂਡ ਰਿਸਪੋਂਸਿਬਿਲਿਟੀ ਰਿਗਾਰਡਿੰਗ ਈਚ ਫੰਕਸ਼ਨਲ ਪੋਜੀਸ਼ਨ ਮੇ ਬੀ ਅਸਾਈਨ ਟੂ ਅ ਸੁਟੇਬਲ ਇੰਪਲੋਈ। ਸੋ ਸਟਰਕਚਰ ਇਸ ਤਰੀਕੇ ਨਾਲ ਬਣਾਈ ਜਾਂਦੀ ਹੈ ਵੀ ਕਿਹੜੇ ਪਰਸਨ ਨੂੰ ਕਿੰਨੀ ਅਥੋਰਿਟੀ ਦਿੱਤੀ ਜਾਊਗੀ, ਕਿਹੜੇ ਪਰਸਨ ਦੀ ਕਿੰਨੀ ਰਿਸਪੋਂਸਿਬਿਲਿਟੀ ਹੋਊਗੀ, ਇਹ ਪ੍ਰੋਪਰਲੀ ਉਹਦੇ ਵਿੱਚ ਅਸਾਈਨ ਕੀਤੀ ਜਾਂਦੀ ਹੈ ਉਸ ਸੁਟੇਬਲ ਪਰਸਨ ਨੂੰ ਜਿਹੜਾ ਉਸ ਕੰਮ ਨੂੰ ਸਹੀ ਤਰੀਕੇ ਨਾਲ ਪਰਫੋਰਮ ਕਰ ਪਾਊਗਾ। ਨੈਕਸਟ ਹੈ ਇਹਦੇ ਵਿੱਚ ਕੁਛ ਪੁਆਇੰਟਸ ਨੇ ਜਿਹੜੇ ਕਿ ਅਸੀਂ ਜਦੋਂ ਸਟਰਕਚਰ ਬਣਾਉਣੀ ਆ ਕਿਸੇ ਵੀ ਆਰਗੇਨਾਈਜੇਸ਼ਨ ਦੀ ਅਸੀਂ ਉਹਨਾਂ ਨੂੰ ਧਿਆਨ 'ਚ ਰੱਖਣਾ ਵਾ। ਫਸਟ ਪੁਆਇੰਟ ਹੈ ਸਿੰਪਲਿਸਿਟੀ। The structure of an organization should be simple, so in it various functional posts and relations should be determined by giving due importance to simplicity। ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੀ ਉਹਦੀ ਬਣਤਰ ਹੈ, ਸਟਰਕਚਰ ਹੈ, ਉਹ ਬਿਲਕੁਲ ਸਿੰਪਲ ਹੋਣੀ ਚਾਹੀਦੀ ਆ ਐਂਡ ਉਹਦੇ ਵਿੱਚ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਪੋਸਟਸ ਨੇ ਜਾਂ ਰਿਲੇਸ਼ਨਸ ਨੇ, ਮਤਲਬ ਕੌਣ ਕਿਹਦਾ ਬੌਸ ਜਾਂ ਸਬੋਰਡੀਨੇਟ ਹੋਊਗਾ, ਇਹਨਾਂ ਨੂੰ ਪ੍ਰੋਪਰ ਇੰਪੋਰਟੈਂਸ ਦੇਣੀ ਚਾਹੀਦੀ ਹੈ, ਮਤਲਬ ਸਿੰਪਲ ਹੋਣੀ ਚਾਹੀਦੀ ਹੈ ਚੀਜ਼। ਦੇयर शुड बी नो कन्फ्यूजन, ਇਹਦੇ 'ਚ ਕੋਈ ਕਨਫਿਊਜ਼ਨ, ਕੋਈ ਵੇਗਨੈਸ ਨਹੀਂ ਹੋਣੀ ਚਾਹੀਦੀ, ਮਤਲਬ ਵੇਗਨੈਸ ਦਾ ਮਤਲਬ ਹੁੰਦਾ ਅਨਕਲੀਅਰ, ਠੀਕ ਆ, ਕੋਈ ਰੈਪੀਟੀਸ਼ਨ ਨਹੀਂ ਹੋਣੀ ਚਾਹੀਦੀ। ਸੋ ਦੇयर शुड नॉट बी मैनी ਲੈਵਲਸ ਆਫ ਮੈਨੇਜਮੈਂਟ ਆਲਸੋ। ਮੈਨੇਜਮੈਂਟ ਦੇ ਬਹੁਤ ਜ਼ਿਆਦਾ ਲੈਵਲ ਨਹੀਂ ਹੋਣੇ ਚਾਹੀਦੇ ਇਹਦੇ ਵਿੱਚ। ਸੈਕਿੰਡ ਹੈ ਜਿਹੜੀ ਸਟਰਕਚਰ ਆ ਉਹ ਫਲੈਕਸੀਬਲ ਹੋਣੀ ਚਾਹੀਦੀ ਆ। ਦ ਸਟਰਕਚਰ ਆਫ ਦ ਆਰਗੇਨਾਈਜੇਸ਼ਨ ਸ਼ੁੱਡ ਹੈਵ ਫਲੈਕਸੀਬਿਲਿਟੀ ਆਲਸੋ। ਸੋ ਇਫ ਦਿਸ ਇਜ਼ ਸੋ only then changes and reforms can be done in the organization in accordance with the time, needs and circumstances। so ਕਿਸੇ ਵੀ ਸੰਸਥਾ ਦੀ ਜਿਹੜੀ ਬਣਤਰ ਹੈ ਉਹ ਬਿਲਕੁਲ ਯਾਨੀ ਕਿ ਫਲੈਕਸੀਬਿਲਿਟੀ ਵਾਲੀ ਹੋਣੀ ਚਾਹੀਦੀ ਹੈ। ਉਹਦੇ ਵਿੱਚ ਅਸੀਂ ਜਦੋਂ ਚਾਹੀਏ ਰਿਫੋਰਮਸ ਜਾਂ ਚੇਂਜਸ ਕਰ ਸਕੀਏ ਐਂਡ ਸਮੇਂ ਦੇ ਅਕੋਰਡਿੰਗ ਜਾਂ ਨੀਡ ਜਾਂ ਸਰਕਮਸਟਾਂਸ ਦੇ ਅਕੋਰਡਿੰਗ ਆਪਾਂ ਉਹਦੇ ਵਿੱਚ ਕੋਈ ਵੀ ਚੇਂਜਸ ਲਿਆ ਸਕੀਏ। ਨੈਕਸਟ ਪੁਆਇੰਟ ਹੈ ਕਲੈਰਿਟੀ ਇਨ ਅਥੋਰਿਟੀ ਰਿਸਪੋਂਸਿਬਿਲਿਟੀ ਰਿਲੇਸ਼ਨਸ਼ਿਪ। ਮਤਲਬ ਕਲੀਅਰਲੀ ਪਤਾ ਹੋਣਾ ਚਾਹੀਦਾ ਕਿਹੜੇ ਪਰਸਨ ਦੀ ਕੀ ਅਥੋਰਿਟੀ ਹੈ, ਕਿਹੜੇ ਪਰਸਨ ਦੀ ਕੀ ਰਿਸਪੋਂਸਿਬਿਲਿਟੀ ਆ। ਦ ਸਟਰਕਚਰ ਆਫ ਦ ਆਰਗੇਨਾਈਜੇਸ਼ਨ ਸ਼ੁੱਡ ਬੀ ਡਿਟਰਮਿਨਡ ਇਨ ਸੱਚ ਅ ਵੇ ਦੈਟ ਅਥੋਰਿਟੀ ਰਿਸਪੋਂਸਿਬਿਲਿਟੀ ਰਿਲੇਸ਼ਨਸ ਇਨ ਦ ਆਰਗੇਨਾਈਜੇਸ਼ਨ ਫਰੋਮ ਟੋਪ ਟੂ ਬੋਟਮ ਅਮੰਗ ਵੇਰੀਅਸ ਫੰਕਸ਼ਨਲ ਪੋਸਟਸ, ਵੇਰੀਅਸ ਇੰਪਲੋਈਜ਼ ਐਂਡ ਵੇਰੀਅਸ ਡਿਪਾਰਟਮੈਂਟਸ ਸ਼ੁੱਡ ਬੀ ਕਲੀਅਰ। ਸੋ ਸਟਰਕਚਰ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜਿੰਨੀ ਵੀ ਕਿਹੜੇ ਪਰਸਨ ਦੇ ਕੋਲ ਕਿੰਨੀ ਪਾਵਰ ਹੈ, ਕਿਹੜੇ ਪਰਸਨ ਦੀ ਕੀ ਜ਼ਿੰਮੇਵਾਰੀ ਬਣਦੀ ਹੈ, ਸਾਰਿਆਂ ਨੂੰ ਕਲੀਅਰ ਹੋਵੇ, ਕਿੱਥੋਂ ਕਿੱਥੇ ਤੱਕ ਲੈ ਕੇ ਟੌਪ ਤੋਂ ਲੈ ਕੇ ਬੋਟਮ ਤੱਕ, ਮਤਲਬ ਹਾਇਰ ਮੈਨੇਜਮੈਂਟ ਤੋਂ ਲੈ ਕੇ ਲੋਅਰ ਲੈਵਲ ਮੈਨੇਜਮੈਂਟ ਤੱਕ। ਅਲੱਗ-ਅਲੱਗ ਤਰ੍ਹਾਂ ਦੀਆਂ ਫੰਕਸ਼ਨਲ ਪੋਸਟਸ ਦੇ ਵਿੱਚ ਕਲੈਰਿਟੀ ਹੋਣੀ ਚਾਹੀਦੀ ਆ, ਵੇਰੀਅਸ ਇੰਪਲੋਈਜ਼ ਦੇ ਵਿਚਕਾਰ ਆਪਸ 'ਚ ਕਲੈਰਿਟੀ ਹੋਣੀ ਚਾਹੀਦੀ ਆ ਐਂਡ ਵੇਰੀਅਸ ਡਿਪਾਰਟਮੈਂਟਸ ਦੇ ਵਿੱਚ ਵੀ ਇੱਦਾਂ ਦੀ ਅਥੋਰਿਟੀ ਰਿਸਪੋਂਸਿਬਿਲਿਟੀ ਰਿਲੇਸ਼ਨਸ਼ਿਪ ਦੀ ਕਲੈਰਿਟੀ ਹੋਣੀ ਚਾਹੀਦੀ ਆ। If this is so, then every employee of the organization is completely aware about his functions and authorities। ਸੋ ਜੇ ਇਸ ਤਰ੍ਹਾਂ ਕਲੈਰਿਟੀ ਹੋਊਗੀ ਤਾਂ ਹਰ ਇੱਕ ਇੰਪਲੋਈ ਆਪਦੀ ਜਿਹੜੀ ਫੰਕਸ਼ਨਸ ਨੇ ਜਾਂ ਆਪਦੇ ਕੰਮ ਆ ਉਹਨਾਂ ਬਾਰੇ ਉਹਨੂੰ ਅਵੇਅਰਨੈਸ ਹੋਊਗੀ ਅਤੇ ਆਪਦੀ ਅਥੋਰਿਟੀ ਬਾਰੇ ਪਤਾ ਹੋਊਗਾ। ਨੈਕਸਟ ਪੁਆਇੰਟ ਹੈ ਡੈਲੀਗੇਸ਼ਨ ਆਫ ਰੈਕੁਜ਼ਿਟ ਅਥੋਰਿਟੀ। Requisite ਹੁੰਦਾ required। The structure of the organization should be such that delegation of requisite authority to every employee to perform that task assigned to him should be possible। ਸੋ ਸਟਰਕਚਰ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿਸੇ ਵੀ ਸੰਸਥਾ ਦੀ ਕਿ ਜਿਹੜੇ ਪਰਸਨ ਨੂੰ ਜਿੰਨੀ ਅਥੋਰਿਟੀ ਦੀ ਰਿਕੁਆਇਰਡ ਅਥੋਰਿਟੀ ਦੀ ਜ਼ਰੂਰਤ ਹੈ ਉਨੀ ਉਹਨੂੰ ਡੈਲੀਗੇਟ ਕੀਤੀ ਜਾਵੇ, ਮਤਲਬ ਉਨੀ ਅਥੋਰਿਟੀ ਦਿੱਤੀ ਜਾਵੇ ਤਾਂ ਕਿ ਜਿਹੜਾ ਉਹਨੂੰ ਕੰਮ ਵੰਡ ਕੇ ਮਿਲਿਆ ਹੋਇਆ ਉਹਨੂੰ ਉਹ ਸਹੀ ਤਰੀਕੇ ਨਾਲ ਪਰਫੋਰਮ ਕਰ ਸਕੇ ਜਾਂ ਕੰਪਲੀਟ ਕਰ ਸਕੇ। If the employee is not delegated the requisite authority, then the employee cannot function with efficiency। ਮਤਲਬ ਜੇ ਕਿਸੇ ਪਰਸਨ ਨੂੰ ਆਪਾਂ ਅਥੋਰਿਟੀ ਨਹੀਂ ਦੇਵਾਂਗੇ, ਮਤਲਬ ਪਾਵਰ ਨਹੀਂ ਦੇਵਾਂਗੇ, ਤਾਂ ਉਹ ਆਪਦੇ ਕੰਮ ਨੂੰ ਸਹੀ ਤਰੀਕੇ ਨਾਲ ਐਫੀਸ਼ੀਐਂਟ ਤਰੀਕੇ ਨਾਲ ਪਰਫੋਰਮ ਨਹੀਂ ਕਰ ਪਾਊਗਾ। ਨੈਕਸਟ ਹੈ ਇੰਪੋਰਟੈਂਸ ਟੂ ਸਪੈਨ ਆਫ ਕੰਟਰੋਲ। ਸੋ ਸਪੈਨ ਆਫ ਕੰਟਰੋਲ ਦੇ ਵਿੱਚ ਹੈ ਦ ਸਟਰਕਚਰ ਆਫ ਦ ਆਰਗੇਨਾਈਜੇਸ਼ਨ ਸ਼ੁੱਡ ਬੀ determined by keeping in mind the span of control of the managers। ਸੋ ਕਿਸੇ ਵੀ ਸੰਸਥਾ ਦੀ ਜਿਹੜੀ ਬਣਤਰ ਆ, ਸਟਰਕਚਰ ਆ, ਇਸ ਤਰੀਕੇ ਨਾਲ ਬਣਾਉਣੀ ਚਾਹੀਦੀ ਹੈ ਕਿ ਸਪੈਨ ਆਫ ਕੰਟਰੋਲ ਨੂੰ ਵੀ ਧਿਆਨ 'ਚ ਰੱਖਿਆ ਜਾਵੇ ਜਿਹੜਾ ਮੈਨੇਜਰਸ ਦੇ ਕੋਲੇ ਹੁੰਦਾ। The structure of the organization should be such that there is no burden of work on any manager and he is able to work with efficiency। ਮਤਲਬ ਬਣਤਰ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿਸੇ ਵੀ ਸੰਸਥਾ ਦੀ ਕਿ ਕਿਸੇ ਵੀ ਮੈਨੇਜਰ ਦੇ ਉੱਪਰ ਇੰਨਾ ਕੁ ਬਰਡਨ ਨਾ ਹੋਵੇ ਕੰਮ ਦਾ ਕਿ ਉਹ ਆਪਦੇ ਵਰਕ ਨੂੰ ਐਫੀਸ਼ੀਐਂਟਲੀ ਪਰਫੋਰਮ ਨਾ ਕਰ ਪਾਵੇ। A manager should be given responsibility
to supervise only as many functions, activities and employees whom he may supervise directly and personally। मतलब किसी भी मैनेजर ਨੂੰ ਉਨੇ ਹੀ ਇੰਪਲੋਈ ਦੇਣੇ ਚਾਹੀਦੇ ਜਾਂ ਉਨਾ ਹੀ ਕੰਮ ਦੇਣਾ ਚਾਹੀਦਾ ਜਾਂ ਉਨੀਆਂ ਐਕਟੀਵਿਟੀਜ਼ ਦੇਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਡਾਇਰੈਕਟਲੀ ਜਾਂ ਪਰਸਨਲੀ ਪਰਫੋਰਮ ਕਰ ਪਾਵੇ ਜਾਂ ਸੁਪਰਵਾਈਜ਼ ਕਰ ਪਾਵੇ। ਮਤਲਬ ਉਹਦੀ ਅਬਿਲਿਟੀ ਤੋਂ ਜ਼ਿਆਦਾ ਨਹੀਂ। ਮਤਲਬ ਕਹਿਣ ਦਾ ਮਤਲਬ ਇਹ ਆ ਕਿ ਜੇ ਮੰਨ ਲਓ ਕੋਈ ਸੁਪਰਵਾਈਜ਼ਰ ਆ, ਜੇ ਉਹ ਐਫੀਸ਼ੀਐਂਟ ਤਰੀਕੇ ਨਾਲ 10 ਜਾਂ 20 ਲੋਕਾਂ ਨੂੰ ਬਹੁਤ ਵਧੀਆ ਸੁਪਰਵਾਈਜ਼ ਕਰ ਪਾਉਂਦਾ ਵਾ ਜਾਂ ਓਬਜ਼ਰਵ ਕਰ ਪਾਉਂਦਾ ਤਾਂ ਬੈਟਰ ਆ। ਬਟ ਜੇ ਆਪਾਂ ਇੱਕ ਪਰਸਨ ਦੇ ਅੰਡਰ 100 ਜਾਣੇ ਰੱਖ ਦਈਏ ਵੀ 100 ਜਾਣਿਆਂ ਨੂੰ ਤੂੰ ਸੁਪਰਵਾਈਜ਼ ਕਰਨਾ ਤਾਂ ਉਹਦੇ ਲਈ ਡਿਫੀਕਲਟ ਹੋ ਜਾਊਗਾ। ਠੀਕ ਹੈ। ਨੈਕਸਟ ਹੈ ਪੋਸੀਬਿਲਿਟੀ ਆਫ ਇਫੈਕਟਿਵ ਕਮਿਊਨੀਕੇਸ਼ਨ। The structure of the organization should be determined in such a way that effective communication is possible in the organization। ਕਿਸੇ ਵੀ ਸੰਸਥਾ ਦੀ ਬਣਤਰ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉੱਥੇ ਜਿਹੜੀ ਗੱਲਬਾਤ ਆ ਜਾਂ ਕਮਿਊਨੀਕੇਸ਼ਨ ਆ ਉਹ ਇਫੈਕਟਿਵ ਤਰੀਕੇ ਨਾਲ ਹੋ ਸਕੇ। ਸੋ ਡਿਊ ਟੂ ਦਿਸ ਆਰਡਰਸ ਐਂਡ ਡਾਇਰੈਕਸ਼ਨਸ ਗੈਟ ਈਜ਼ੀਲੀ ਕਮਿਊਨੀਕੇਟਡ ਫਰੋਮ ਟੋਪ ਟੂ ਬੋਟਮ ਐਂਡ ਡਿਮਾਂਡਸ ਐਂਡ ਪ੍ਰੋਬਲਮਸ ਗੈਟ ਈਜ਼ੀਲੀ ਕਮਿਊਨੀਕੇਟਡ ਫਰੋਮ ਬੋਟਮ ਟੂ ਟੋਪ। ਸੋ ਇਹਦੇ ਨਾਲ ਕੀ ਹੋਊਗਾ, ਜੇ ਇਫੈਕਟਿਵ ਕਮਿਊਨੀਕੇਸ਼ਨ ਹੋਊਗੀ, ਜਿਹੜੇ ਆਰਡਰ ਅਤੇ ਡਾਇਰੈਕਸ਼ਨਸ ਨੇ ਇਹ ਈਜ਼ੀਲੀ ਟੋਪ ਜਿਹੜੀ ਮੈਨੇਜਮੈਂਟ ਆ ਉਹ ਤੋਂ ਬੋਟਮ ਤੱਕ ਪਹੁੰਚ ਜਾਣਗੇ ਐਂਡ ਜਿਹੜੀਆਂ ਡਿਮਾਂਡਸ ਅਤੇ ਪ੍ਰੋਬਲਮਸ ਨੇ ਬੋਟਮ ਲੈਵਲ ਦੀਆਂ ਜਾਂ ਲੋਅਰ ਲੈਵਲ ਮੈਨੇਜਮੈਂਟ ਦੀਆਂ ਉਹ ਟੋਪ ਤੱਕ ਪਹੁੰਚ ਜਾਣਗੀਆਂ। Hence there is no delay in the decision making process and the organization functions efficiently। ਇਹਦੇ ਨਾਲ ਡਿਸੀਜ਼ਨ ਮੇਕਿੰਗ ਦੇ ਵਿੱਚ ਵੀ ਕੋਈ ਡਿਲੇ ਨਹੀਂ ਹੋਊਗਾ ਅਤੇ ਔਰਗੇਨਾਈਜੇਸ਼ਨ ਐਫੀਸ਼ੀਐਂਟਲੀ ਫੰਕਸ਼ਨ ਕਰੂਗੀ, ਮਤਲਬ ਪਰਫੋਰਮ ਕਰੂਗੀ। ਨੈਕਸਟ ਹੈ ਆਪਣੇ ਕੋਲੇ ਬੈਟਰ ਕੋਆਰਡੀਨੇਸ਼ਨ। The structure of the organization should be determined in such a way that there is a proper coordination in the organization। ਸੋ ਕਿਸੇ ਵੀ ਸੰਸਥਾ ਦੀ ਬਣਤਰ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਵਿੱਚ ਪ੍ਰੋਪਰ ਕੋਆਰਡੀਨੇਸ਼ਨ ਹੋਵੇ ਪੂਰੀ ਆਰਗੇਨਾਈਜੇਸ਼ਨ ਦੇ ਵਿੱਚ। ਔਨ ਦ ਬੇਸਿਸ ਆਫ ਪ੍ਰੋਪਰ ਕੋਆਰਡੀਨੇਸ਼ਨ ਦ ਆਰਗੇਨਾਈਜੇਸ਼ਨ ਕੈਨ ਮੇਕ ਪ੍ਰੋਪਰ ਯੂਟੀਲਾਈਜੇਸ਼ਨ ਆਫ ਇਟਸ ਰਿਸੋਰਸਿਸ ਐਂਡ ਅਚੀਵ ਇਟਸ ਆਬਜੈਕਟਿਵਸ ਸਕਸੈਸਫੁਲੀ। ਸੋ ਜੇ ਪ੍ਰੋਪਰ ਕੋਆਰਡੀਨੇਸ਼ਨ ਹੋਊਗਾ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਤਾਂ ਬੈਨੀਫਿਟ ਕੀ ਹੋਊਗਾ, ਉਹ ਸੰਸਥਾ ਜਿੰਨੇ ਵੀ ਰਿਸੋਰਸ ਨੇ ਹੈਗੇ ਆ ਉਹਨਾਂ ਕੋਲੇ ਉਹਨਾਂ ਦਾ ਉਹ ਸਹੀ ਯੂਜ਼ ਕਰ ਸਕਣਗੇ ਐਂਡ ਜਿੰਨੇ ਵੀ ਓਬਜੈਕਟਿਵਸ ਨੇ ਆਰਗੇਨਾਈਜੇਸ਼ਨ ਦੇ ਉਹਨਾਂ ਨੂੰ ਸਕਸੈਸਫੁਲੀ ਅਚੀਵ ਕਰ ਸਕਣਗੇ। ਲਾਸਟ ਜਿਹੜਾ ਪੁਆਇੰਟ ਹੈ ਉਹ ਹੈ ਐਪਰੋਪਰੀਏਟ ਮੈਨੇਜੀਰੀਅਲ ਲੈਵਲਸ। ਦ ਮੈਨੇਜੀਰੀਅਲ ਲੈਵਲ ਇਨ ਦ ਆਰਗੇਨਾਈਜੇਸ਼ਨ ਸ਼ੁੱਡ ਨੀਦਰ ਬੀ ਵੈਰੀ ਮੈਨੀ ਔਰ ਵੈਰੀ ਫਿਊ। ਮਤਲਬ ਜਿੰਨੇ ਵੀ ਮੈਨੇਜਮੈਂਟ ਦੇ ਵਿੱਚ ਲੈਵਲਸ ਨੇ, ਮਤਲਬ ਪਹਿਲਾਂ ਟੋਪ, ਮਿਡਲ ਅਤੇ ਲੋਅਰ 3 ਲੈਵਲ ਤਾਂ ਹੀ ਹੁੰਦੇ ਹੀ ਆ। ਉਸ ਤੋਂ ਇਲਾਵਾ ਵੀ ਇਨ ਬਿਟਵੀਨ ਕਈ ਵਾਰ ਜਿਵੇਂ ਆਪਾਂ ਡੈਲੀਗੇਸ਼ਨ ਆਫ ਅਥਾਰਟੀ ਦੇ ਨਾਲ ਕਾਫੀ ਜ਼ਿਆਦਾ ਲੈਵਲ ਬਣ ਜਾਂਦੇ ਨੇ। ਸੋ ਨਾ ਤਾਂ ਬਹੁਤੇ ਜ਼ਿਆਦਾ ਹੋਣੇ ਚਾਹੀਦੇ ਆ ਲੈਵਲ, ਨਾ ਹੀ ਬਹੁਤੇ ਥੋੜ੍ਹੇ ਹੋਣੇ ਚਾਹੀਦੇ ਆ। If there are many managerial levels in the organization, then there is a delay in ਕਮਿਊਨੀਕੇਸ਼ਨ ਆਫ ਆਰਡਰਸ। ਹੁਣ ਜੇ ਮੰਨ ਲਓ ਬਹੁਤ ਲੰਬੀ ਹਾਇਰਾਰਕੀ ਬਣ ਗਈ ਪੋਸਟ ਦੇ ਅਕੋਰਡਿੰਗ ਤਾਂ ਸਾਡਾ ਜਿਹੜਾ ਡਿਸੀਜ਼ਨ ਮੇਕਿੰਗ ਆ ਜਾਂ ਆਪਾਂ ਕਹੀਏ ਸਾਡੀ ਜਿਹੜੀ ਕਮਿਊਨੀਕੇਸ਼ਨ ਆ ਉਹਦੇ 'ਤੇ ਬਹੁਤ ਇਫੈਕਟ ਪਊਗਾ, ਉਹਦੇ ਉੱਪਰ ਕਾਫੀ ਡਿਲੇ ਆ ਜਾਊਗਾ। ਮਤਲਬ ਉੱਪਰੋਂ ਆਰਡਰ ਪਹੁੰਚਦੇ ਨੂੰ ਸਮਾਂ ਲੱਗ ਜਾਊਗਾ। On the other hand, if there are very few managerial levels in the organization, then problems regarding control and supervision are created in the organization। ਹੁਣ ਜੇ ਮੰਨ ਲਓ ਬਹੁਤੇ ਹੀ ਥੋੜ੍ਹੇ ਲੈਵਲਸ ਹੋਣ, ਵਰਕਿੰਗ ਬਹੁਤ ਜ਼ਿਆਦਾ ਹੋਵੇ, ਮਤਲਬ ਨੰਬਰ ਆਫ ਇੰਪਲੋਈਜ਼ ਵਰਕ ਕਰਨ ਵਾਲੇ ਬਹੁਤ ਜ਼ਿਆਦਾ ਹੋਣ ਤਾਂ ਉਹਦਾ ਵੀ ਇਫੈਕਟ ਪੈਂਦਾ ਵਾ। ਉਹਦੇ ਨਾਲ ਕੰਟਰੋਲ ਕਰਨਾ, ਸੁਪਰਵਿਜ਼ਨ ਕਰਨਾ ਇਹ ਕਾਫੀ ਡਿਫੀਕਲਟ ਹੋ ਜਾਊਗਾ। Both these situations have adverse effect on the organization, so that's why appropriate managerial levels should be determined in the organization। so ਇਹਨਾਂ ਦੋਨਾਂ ਦਾ ਹੀ ਬੁਰਾ ਇਫੈਕਟ ਪਊਗਾ, ਬਹੁਤੇ ਜ਼ਿਆਦਾ ਲੈਵਲ ਹੋਣ ਦਾ ਵੀ, ਬਹੁਤੇ ਥੋੜ੍ਹੇ ਲੈਵਲ ਹੋਣ ਦਾ ਵੀ। ਸੋ ਇਸ ਤਰ੍ਹਾਂ ਦੀ ਮੈਨੇਜੀਰੀਅਲ ਆਪਾਂ ਜਿਵੇਂ ਕਹਿ ਦਈਏ ਮੈਨੇਜਮੈਂਟ ਸੈੱਟ ਕਰਨੀ ਹੈ ਕਿ ਬਹੁਤੇ ਜ਼ਿਆਦਾ ਲੈਵਲ ਨਾ ਹੋਣ ਉਹਦੇ ਵਿੱਚ। should be determined in the organization by keeping in mind the nature of the organization, its needs and functions to be performed by it। so levels ਸਾਨੂੰ ਇਹ ਸੋਚ ਕੇ ਸੈੱਟ ਕਰਨੇ ਚਾਹੀਦੇ ਆ ਕਿ ਕਿਸ ਤਰ੍ਹਾਂ ਦੀ ਨੇਚਰ ਹੈ ਸਾਡੀ ਸੰਸਥਾ ਦੀ, ਕੀ ਇਹਦੀਆਂ ਜ਼ਰੂਰਤਾਂ ਨੇ, ਕੀ ਇਹਦੇ ਫੰਕਸ਼ਨ ਨੇ ਜਿਹੜੇ ਇਹਨੇ ਪਰਫੋਰਮ ਕਰਨੇ ਆ। ਠੀਕ ਹੈ ਜੀ।